ਹੈਲੋ ਬੱਚੋ, ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਆਪਾਂ ਤੁਹਾਡੇ ਪੰਜਾਬੀ ਦੀ ਇੱਕ ਕਵਿਤਾ ਲੈ ਕੇ ਹਾਜ਼ਰ ਹਾਂ। ਮਾਣ ਪੰਜਾਬੀ ਦਾ ਕਵਿਤਾ ਦਾ ਵਿਸ਼ਾ ਹੈ ਮਾਣ ਪੰਜਾਬੀ ਦਾ। ਇਹਦੇ ਰਾਈਟਰ ਨੇ ਕੁਲਵੰਤ ਸਿੰਘ ਰਫੀਕ। ਰਾਈਟਰ ਦਾ ਨਾਮ ਕੀ ਹੈ ਜੀ? ਕੁਲਵੰਤ ਸਿੰਘ ਰਫੀਕ। ਉਹ ਇੱਥੇ ਕਹਿ ਰਹੇ ਨੇ, ਕਹਿੰਦੇ ਨੇ ਕਿ ਮਾਣ ਪੰਜਾਬੀ ਦਾ, ਕਿ ਮੈਨੂੰ ਮਾਣ ਹੈ ਪੰਜਾਬੀ ਮਾਂ ਬੋਲੀ ਦੇ ਉੱਤੇ। ਅਤੇ ਉਹਦੇ ਸਨਮਾਨ ਦੇ ਅੰਦਰ ਕਵੀ ਜਿਹੜਾ ਹੈ ਉਹ ਕੀ ਕੁਝ ਲਿਖ ਰਿਹਾ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਆਪਾਂ ਪ੍ਰਸੰਗ ਬਣਾਵਾਂਗੇ ਇਸ ਦਾ ਕਿ ਇਹ ਕਾਵ ਟੋਟਾ ਸਾਡੀ ਪੰਜਾਬੀ ਦੀ ਪੁਸਤਕ ਸਾਹਿਤ ਕਿਰਨਾਂ ਭਾਗ 2 ਵਿੱਚ ਦਰਜ ਕਵਿਤਾ ਮਾਣ ਪੰਜਾਬੀ ਦਾ ਵਿੱਚੋਂ ਲਿਆ ਗਿਆ ਹੈ, ਜਿਸ ਦੇ ਕਵੀ ਕੁਲਵੰਤ ਸਿੰਘ ਰਫੀਕ ਜੀ ਹਨ। ਇਸ ਕਵਿਤਾ ਵਿੱਚ ਉਹਨਾਂ ਪੰਜਾਬੀ ਮਾਂ ਬੋਲੀ ਦੇ ਮਾਣ ਅਤੇ ਸਨਮਾਨ ਦੀ ਗੱਲ ਕੀਤੀ ਹੈ। ਤਾਂ ਇਸ ਤੋਂ ਬਾਅਦ ਆਪਾਂ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ। ਪ੍ਰਸੰਗ ਤੁਹਾਨੂੰ ਕਰਵਾ ਦਿੱਤਾ ਗਿਆ। ਕੀ ਕਹਿੰਦੇ ਨੇ ਕਿ ਰੋਮ ਰੋਮ 'ਚੋਂ ਕਹੀਏ ਇਉਂ ਸਨਮਾਨ ਪੰਜਾਬੀ ਦਾ। ਅਤੇ ਕੀ ਕਹਿੰਦੇ ਨੇ ਕਿ ਰੋਮ ਰੋਮ 'ਚੋਂ ਕਰੀਏ ਇਉਂ, ਇਹ ਭਾਵ ਕਿ ਇਸ ਤਰ੍ਹਾਂ। ਕਾਹਦੇ 'ਚੋਂ? ਰੋਮ ਰੋਮ 'ਚੋਂ, ਭਾਵ ਕਿ ਕਣ ਕਣ 'ਚੋਂ। ਰੋਮ ਰੋਮ ਕਣ ਕਣ, ਠੀਕ ਹੈ। ਚੋਂ ਭਾਵ ਕਿ ਵਿੱਚੋਂ। ਤਾਂ ਇੱਥੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਇਹ ਜਿਹੜਾ ਇਸ ਜਗ੍ਹਾ ਦੇ ਉੱਤੇ ਇਹ ਚੋਂ ਦੇ ਅੱਗੇ ਕੀ ਲੱਗਾ ਹੋਇਆ ਜੀ? ਕਾਮਾ ਲੱਗਾ ਹੋਇਆ ਇੱਕ। ਇਹ ਕੀ ਹੈ? ਇਹ ਛੁੱਟ ਮਰੋੜੀ ਹੈ। ਇਹ ਕੀ ਹੈ ਜੀ? ਇਹ ਛੁੱਟ ਮਰੋੜੀ ਹੈ, ਜਿਸ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਜਗ੍ਹਾ ਦੇ ਉੱਤੇ ਜਦੋਂ ਕੋਈ ਅੱਖਰ ਛੱਡ ਦਿੱਤਾ ਜਾਂਦਾ ਹੈ ਅਤੇ ਉਸ ਦੀ ਆਵਾਜ਼ ਜਿਉਂ ਦੀ ਤਿਉਂ ਰਹਿੰਦੀ ਹੈ, ਇਸੇ ਲਈ ਉੱਥੇ ਕੀ ਵਰਤਿਆ ਜਾਂਦਾ? ਛੁੱਟ ਮਰੋੜੀ ਵਰਤੀ ਜਾਂਦੀ ਹੈ। ਹੁਣ ਇੱਥੇ ਕਵੀ ਕੀ ਕਹਿੰਦਾ ਹੈ ਕਿ ਰੋਮ ਰੋਮ 'ਚੋਂ ਕਰੀਏ ਇਉਂ ਸਨਮਾਨ ਪੰਜਾਬੀ ਦਾ। ਅਤੇ ਕੀ ਕਵੀ ਕਹਿੰਦਾ ਹੈ ਕਿ ਸਾਨੂੰ ਪੰਜਾਬੀ ਮਾਂ ਬੋਲੀ ਦਾ ਆਪਣੇ ਰੋਮ ਰੋਮ ਦੇ ਵਿੱਚੋਂ, ਭਾਵ ਕਿ ਕਣ ਕਣ ਦੇ ਅੰਦਰੋਂ ਇਸ ਤਰ੍ਹਾਂ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬੀ ਮਾਂ ਬੋਲੀ ਦੀ ਇਸ ਪ੍ਰਕਾਰ ਇੱਜ਼ਤ ਕਰਨੀ ਚਾਹੀਦੀ ਹੈ ਕਿ ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਅਤੇ ਕੀ ਕਹਿੰਦੇ ਕਿ ਜਰਾ ਜਰਾ, ਭਾਵ ਕਿ ਹਰ ਇੱਕ ਲੂੰ ਲੂੰ, ਭਾਵ ਕਿ ਹਰ ਸਰੀਰ ਦਾ ਅੰਗ ਅੰਗ, ਭਾਵ ਕਿ ਲੂੰ ਲੂੰ ਵੀ ਜਿਹੜਾ ਹੈ ਉਹ ਵੀ ਕਹਿ ਉੱਠੇ, ਉਹ ਵੀ ਕਹਿਣਾ ਕਰੇ ਕਿ ਮੈਨੂੰ ਪੰਜਾਬੀ ਮਾਂ ਬੋਲੀ ਦੇ ਉੱਤੇ ਗਰਵ ਹੈ, ਮਾਣ ਹੈ। ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ। ਅਤੇ ਕੀ ਕਵੀ ਕੀ ਕਹਿੰਦਾ ਹੈ ਕਿ ਇਸ ਮਾਂ ਬੋਲੀ ਦੇ ਅੰਦਰ ਮਮਤਾ ਦੀ ਬਖਸ਼ਿਸ਼ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਸਾਨੂੰ ਮਾਂ ਦਾ ਪਿਆਰ ਜਿਹੜਾ ਹੈ ਇਸ ਮਾਂ ਬੋਲੀ ਦੇ ਅੰਦਰੋਂ ਮਿਲ ਰਿਹਾ ਹੋਵੇ। ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਅਤੇ ਕੀ ਕਹਿੰਦਾ ਕਿ ਜਿਸ ਤਰ੍ਹਾਂ ਤਪਦੀ ਹੋਈ ਜ਼ਮੀਨ ਦੇ ਉੱਤੇ ਬਾਰਿਸ਼ ਦੀਆਂ ਬੂੰਦਾਂ ਪੈ ਕੇ ਧਰਤੀ ਨੂੰ ਠਾਰ ਦਿੰਦੀਆਂ ਨੇ, ਭਾਵ ਕਿ ਠੰਡਕ ਦੇ ਦਿੰਦੀਆਂ ਹਨ। ਉਸੇ ਪ੍ਰਕਾਰ ਜਿਹੜੀ ਮਾਂ ਬੋਲੀ ਪੰਜਾਬੀ ਹੈ, ਜਦੋਂ ਇਸ ਨੂੰ ਪੜ੍ਹਿਆ ਜਾਂਦਾ ਹੈ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਕੋਈ ਤਪਦਾ ਹੋਇਆ ਹਿਰਦਾ ਜਿਹੜਾ ਹੈ ਉਸ ਦੇ ਅੰਦਰ ਠੰਡਕ ਪਹੁੰਚ ਗਈ ਹੋਵੇ, ਭਾਵ ਕਿ ਬਾਰਿਸ਼ ਹੋ ਗਈ ਹੋਵੇ। ਰੱਬੀ ਉਸਤਤ ਵਾਂਗੂ ਹੈ ਗੁਣਗਾਨ ਪੰਜਾਬੀ ਦਾ। ਤੇ ਕੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਰੱਬੀ ਉਸਤਤ, ਭਾਵ ਕਿ ਉਸ ਰੱਬ ਦੀ ਜਿਹੜੀ ਵਡਿਆਈ ਕੀਤੀ ਜਾਂਦੀ ਹੈ, ਓਨਾ ਹੀ ਗੁਣਗਾਨ ਪੰਜਾਬੀ ਭਾਸ਼ਾ ਦਾ ਵੀ ਕਰਨਾ ਬਣਦਾ ਹੈ। ਕਿਉਂਕਿ ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਇਸੇ ਕਰਕੇ ਜਿਹੜਾ ਜਰਾ ਜਰਾ ਹੈ, ਭਾਵ ਕਿ ਮਨੁੱਖ ਦਾ ਜਿਹੜਾ ਲੂੰ ਲੂੰ ਹੈ, ਉਹ ਵੀ ਕਹਿਣਾ ਕਰੇ ਕਿ ਸਾਨੂੰ ਪੰਜਾਬੀ ਮਾਂ ਬੋਲੀ ਦੇ ਉੱਤੇ ਪਿਆਰ ਹੈ। ਹੁਣ ਕੀ ਕਹਿੰਦਾ ਕਿ ਗੁਰੂਆਂ ਦੀ ਕਿਰਪਾ ਪਾਤਰ ਸਾਡੀ ਗੁਰਬਾਣੀ ਦੀ। ਤੇ ਕੀ ਕਹਿੰਦੇ ਕਿ ਗੁਰੂਆਂ ਦੀ ਬਖਸ਼ਿਸ਼ ਦਾ ਪਾਤਰ ਵੀ ਪੰਜਾਬੀ ਮਾਂ ਬੋਲੀ ਬਣੀ ਹੈ। ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ, ਤੇ ਗੁਰੂਆਂ ਦੀ ਬਖਸ਼ਿਸ਼ ਦਾ ਪਾਤਰ ਬਣੀ ਹੈ ਕੌਣ? ਪੰਜਾਬੀ ਭਾਸ਼ਾ ਸੰਗੀ ਗੁਰਬਾਣੀ ਦੀ। ਤੇ ਕੀ ਕਹਿੰਦੇ ਕਿ ਜਿੰਨੀ ਗੁਰਬਾਣੀ ਹੈ ਉਸ ਦਾ ਸੰਗ ਵੀ ਪੰਜਾਬੀ ਭਾਸ਼ਾ ਨੇ ਮੰਨਿਆ ਹੈ। ਕਿਸ ਨੇ ਮੰਨਿਆ ਹੈ? ਪੰਜਾਬੀ ਭਾਸ਼ਾ ਨੇ ਮੰਨਿਆ ਹੈ। ਸੂਫੀਆਂ ਨੇ ਵੀ ਇਸ ਦੀ ਖੁਸ਼ਬੂ ਰਜ ਰਜ ਮਾਣੀ ਸੀ।
ਤੇ ਕੀ ਕਹਿੰਦੇ ਕਿ ਜਿਹੜੇ ਸੂਫੀ ਸੰਤ ਫਕੀਰ ਸਨ ਉਹਨਾਂ ਵੀ ਪੰਜਾਬੀ ਮਾਂ ਬੋਲੀ ਨੂੰ ਰਜਵਾਂ ਜਿਹੜਾ ਹੈ ਉਹਦਾ ਪਿਆਰ ਜਿਹੜਾ ਹੈ ਉਹ ਪ੍ਰਾਪਤ ਕੀਤਾ ਹੈ, ਭਾਵ ਕਿ ਇਸ ਦੀ ਖੁਸ਼ਬੂ ਦਾ ਜਿਹੜਾ ਆਨੰਦ ਹੈ ਉਹ ਬਹੁਤ ਜ਼ਿਆਦਾ ਲਿਆ ਹੈ। ਭਗਤਾਂ ਨੇ ਵੀ ਕੀਤਾ ਹੈ ਸ਼ੁਕਰਾਨ ਪੰਜਾਬੀ ਦਾ। ਤੇ ਕੀ ਕਹਿੰਦੇ ਕਿ ਪੰਜਾਬੀ ਭਾਸ਼ਾ ਦੇ ਅੰਦਰ ਲਿਖ ਕੇ ਜਿਹੜੇ ਸੂਫੀ ਸੰਤ ਸਨ, ਭਗਤ ਸਨ, ਉਹਨਾਂ ਨੇ ਵੀ ਪੰਜਾਬੀ ਮਾਂ ਬੋਲੀ ਦਾ ਸ਼ੁਕਰਾਨਾ ਕੀਤਾ ਹੈ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕੀ ਕਹਿੰਦਾ ਹੈ ਕਵੀ ਕਹਿੰਦਾ ਹੈ ਕਿ ਸਾਨੂੰ ਵੀ ਇਸ ਪ੍ਰਕਾਰ ਮਾਂ ਬੋਲੀ ਪੰਜਾਬੀ ਦਾ ਸਨਮਾਨ ਕਰਨਾ ਚਾਹੀਦਾ ਹੈ ਕਿ ਸਾਡਾ ਲੂੰ ਇਹ ਕਹਿਣਾ ਸ਼ੁਰੂ ਕਰ ਦੇਵੇ ਕਿ ਸਾਨੂੰ ਮਾਂ ਬੋਲੀ ਪੰਜਾਬੀ ਦੇ ਉੱਤੇ ਮਾਣ ਹੈ। ਪੰਜ ਦਰਿਆਵਾਂ ਦੀ ਲਹਿਰਾਂ ਦੀ ਇਹ ਤਾਂ ਕਹਾਣੀ ਹੈ। ਤੇ ਕੀ ਕਹਿੰਦੇ ਕਿ ਤੁਹਾਨੂੰ ਪਤਾ ਹੈ ਕਿ ਪੰਜ ਦਰਿਆ ਭਾਵ ਕਿ ਪੰਜਾਂ ਦਰਿਆਵਾਂ ਦੇ ਧਰਤੀ ਜਿਹੜਾ ਪੰਜਾਬ ਹੈ ਤੇ ਉਹਦੇ ਜਦੋਂ ਤੋਂ ਪੰਜਾਬ ਦੀ ਧਰਤੀ ਦੇ ਉੱਤੇ ਕਵੀ ਕੀ ਕਹਿੰਦਾ ਹੈ ਕਿ ਪੰਜ ਦਰਿਆ ਵਗਣੇ ਸ਼ੁਰੂ ਹੋਏ, ਉਦੋਂ ਦੀ ਹੀ ਇੱਥੋਂ ਦੀ ਜਿਹੜੀ ਬੋਲੀ ਹੈ ਉਹ ਕਿਹੜੀ ਹੈ? ਪੰਜਾਬੀ ਹੈ। ਤਾਈਓ ਕਿੱਸੇਕਾਰਾਂ ਦੀ ਇਹ ਦਿਲ ਦੀ ਰਾਣੀ ਹੈ। ਤੇ ਕੀ ਕਹਿੰਦਾ ਕਿ ਜਿੰਨੇ ਵੀ ਕਿੱਸਾਕਾਰ ਹੋਏ, ਭਾਵੇਂ ਉਹ ਵਾਰਿਸ ਸ਼ਾਹ ਸੀ, ਕਾਦਰ ਯਾਰ ਸੀ, ਚਾਹੇ ਸੱਸੀ ਪੁੰਨੂ ਦਾ ਕਿੱਸਾ ਹੋਵੇ, ਸ਼੍ਰੀ ਫਰਿਆਦ ਦਾ ਹੋਵੇ, ਤਾਂ ਇਹ ਸਾਰੇ ਕਿੱਸੇ ਕਿਹੜੀ ਭਾਸ਼ਾ ਵਿੱਚ ਲਿਖੇ ਗਏ ਹਨ? ਪੰਜਾਬੀ ਭਾਸ਼ਾ ਵਿੱਚ ਲਿਖੇ ਗਏ। ਇਸੇ ਕਰਕੇ ਕੀ ਕਹਿੰਦਾ ਹੈ ਕਿ ਤਾਈਓ ਪੰਜਾਬੀ ਭਾਸ਼ਾ ਜਿਹੜੀ ਹੈ ਕਿੱਸੇਕਾਰਾਂ ਦੀ ਦਿਲ ਦੀ ਰਾਣੀ ਹੋਈ ਹੈ, ਭਾਵ ਕਿ ਉਹਨਾਂ ਆਪਣੇ ਕਿੱਸਿਆਂ ਨੂੰ ਪੰਜਾਬੀ ਭਾਸ਼ਾ ਦੇ ਅੰਦਰ ਹੀ ਬਿਆਨ ਕੀਤਾ ਹੈ। ਪੀਲੂ ਵਾਰਿਸ ਹਾਸ਼ਮ ਕਰਨ ਬਖਾਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਪੀਲੂ ਵਾਰਿਸ ਸ਼ਾਹ, ਹਾਸ਼ਮ ਸ਼ਾਹ ਵਰਗੇ ਮਹਾਨ ਜਿਹੜੇ ਕਵਿਤਾ ਲਿਖਣ ਵਾਲੇ ਕਿੱਸੇਕਾਰਾਂ ਨੇ ਵੀ ਪੰਜਾਬੀ ਭਾਸ਼ਾ ਦਾ ਵਿਖਿਆਨ ਕੀਤਾ ਹੈ, ਵਿਆਖਿਆ ਕੀਤੀ ਹੈ, ਭਾਵ ਕਿ ਇਹਦੇ ਵਿੱਚ ਲਿਖਿਆ ਹੈ, ਇਹਨੂੰ ਮਾਣ ਦਿੱਤਾ ਹੈ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕਵੀ ਕੀ ਕਹਿੰਦਾ ਕਿ ਸਾਨੂੰ ਵੀ ਪੰਜਾਬੀ ਮਾਂ ਬੋਲੀ ਦਾ ਇਸ ਪ੍ਰਕਾਰ ਸਨਮਾਨ ਕਰਨਾ ਚਾਹੀਦਾ ਹੈ ਕਿ ਇੱਕ ਇੱਕ ਸਾਡਾ ਰੋਮ ਰੋਮ ਜਿਹੜਾ ਹੈ ਉਹ ਇਹ ਕਹਿ ਉੱਠੇ ਕਿ ਸਾਨੂੰ ਪੰਜਾਬੀ ਮਾਂ ਬੋਲੀ ਦੇ ਉੱਤੇ ਮਾਣ ਹੈ ਅਫਸੋਸ ਜੋ ਇਸ ਬੋਲੀ ਤੋਂ ਰੋਟੀ ਖਾਂਦੇ ਨੇ। ਤੇ ਕੀ ਕਹਿੰਦਾ ਹੈ ਕਿ ਪੰਜਾਬ ਦੇ ਅੰਦਰ ਵਸਣ ਵਾਲੇ ਜਿਹੜੇ ਪੰਜਾਬੀ ਹਨ, ਕਿ ਮੈਨੂੰ ਅਫਸੋਸ ਹੈ ਕਿ ਉਹ ਐਸੇ ਪੰਜਾਬੀ ਦੇ ਅੰਦਰ ਲਿਖਣ ਵਾਲੇ ਜਿਹੜੇ ਰਾਈਟਰ ਹਨ ਕਿ ਉਹ ਇਸ ਬੋਲੀ ਤੋਂ ਰੋਟੀ ਤਾਂ ਖਾ ਰਹੇ ਨੇ, ਭਾਵ ਕਿ ਆਪਣੀ ਕਮਾਈ ਤਾਂ ਕਰ ਰਹੇ ਨੇ, ਤਾਂ ਹੀ ਉਹ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਨੇ। ਕੀ ਕਹਿੰਦੇ ਕਿ ਉਹੀ ਉਹ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਹਨ। ਤੇ ਕੀ ਕਹਿੰਦਾ ਕਿ ਜਦੋਂ ਉਹ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਨੇ ਤਾਂ ਇੰਗਲਿਸ਼ ਭਾਸ਼ਾ ਦੀ ਵਰਤੋਂ ਕਰਦੇ ਨੇ। ਨਾ ਸ਼ੁਕਰੇ ਜੋ ਨਹੀਂ ਮੰਨਦੇ ਅਹਿਸਾਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਉਹ ਨਾ ਸ਼ੁਕਰੇ ਹਨ, ਅਕਿਰਤਕਨ ਹਨ ਐਸੇ ਲੋਕ ਕਿ ਜਿਹੜੇ ਪੰਜਾਬੀ ਦੇ ਸ਼ੁਕਰਗੁਜ਼ਾਰ ਨਹੀਂ ਹੋਏ, ਭਾਵ ਕਿ ਪੰਜਾਬੀ ਭਾਸ਼ਾ ਦੇ ਅਹਿਸਾਨ ਨੂੰ ਉਹਨਾਂ ਮੰਨਿਆ ਨਹੀਂ ਅਤੇ ਖੁਦ ਜਿਹੜੀ ਭਾਸ਼ਾ ਤੋਂ ਰੋਟੀ ਖਾ ਰਹੇ ਹਨ ਪਰ ਆਪਣੇ ਘਰਾਂ ਦੇ ਅੰਦਰ ਉਸੇ ਭਾਸ਼ਾ ਨੂੰ ਉਹਨਾਂ ਕੋਈ ਥਾਂ ਨਹੀਂ ਦਿੱਤਾ। ਲੇਕਿਨ ਕਵੀ ਕੀ ਕਹਿੰਦਾ ਹੈ ਕਿ ਆਓ ਆਪਾਂ ਰਲ ਕੇ ਇਸ ਪੰਜਾਬੀ ਭਾਸ਼ਾ ਦਾ ਇਸ ਪ੍ਰਕਾਰ ਸਨਮਾਨ ਕਰੀਏ ਕਿ ਸਾਡਾ ਜਰਾ ਜਰਾ ਭਾਵ ਕਿ ਇੱਕ ਕਿਣਕਾ ਰੋਮ ਰੋਮ ਇਹ ਕਹਿ ਉੱਠੇ ਕਿ ਸਾਨੂੰ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਹੈ। ਹਰ ਦਫ਼ਤਰ ਵਿੱਚ ਇਸ ਨੂੰ ਕਦੇ ਨਾ ਇੱਜ਼ਤ ਮਿਲਦੀ ਹੈ। ਤੇ ਕੀ ਕਹਿੰਦਾ ਕਿ ਅੱਜ ਦੇ ਦੌਰ ਦੇ ਅੰਦਰ ਦੇਖੀਏ ਤਾਂ ਪੰਜਾਬੀ ਭਾਸ਼ਾ ਨੂੰ ਕਿਸੇ ਵੀ ਦਫ਼ਤਰ ਦੇ ਅੰਦਰ ਕਾਰਜਕਾਰੀ ਭਾਸ਼ਾ ਦੇ ਤੌਰ ਤੇ ਨਹੀਂ ਲਿਆ ਜਾ ਰਿਹਾ। ਇਸ ਰਾਣੀ ਨੂੰ ਆਪਣੇ ਘਰ ਹੀ ਜ਼ਿੱਲਤ ਮਿਲਦੀ ਹੈ। ਤੇ ਕੀ ਕਹਿੰਦਾ ਕਿ ਇੱਥੇ ਹੀ ਦਫ਼ਤਰਾਂ, ਪੰਜਾਬ ਦੇ ਅੰਦਰ ਹੀ ਜਿਹੜੇ ਦਫ਼ਤਰਾਂ ਦੇ ਅੰਦਰ ਕੰਮ ਕਰਨ ਵਾਲੇ ਲੋਕ ਹਨ ਉਹ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੀ ਵਰਤੋਂ ਕਰ ਰਹੇ ਹਨ। ਕਦ ਕੁਰਸੀ 'ਚੋਂ ਗੂੰਜੇਗਾ ਫਰਮਾਨ ਪੰਜਾਬੀ ਦਾ। ਤੇ ਕਵੀ ਕਹਿੰਦਾ ਹੈ ਕਿ ਮੈਨੂੰ ਉਮੀਦ ਹੈ ਜਾਂ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕਿਸ ਦਿਨ ਕਿਹੜਾ ਉਹ ਐਸਾ ਦਿਨ ਆਵੇਗਾ
कि जिस दिन आदेश हो जाएगा, हुक्म हो जाएगा, फरमान भाव कि हुक्म या आदेश कि दफ्तरी तौर ਤੇ ਪੰਜਾਬੀ ਨੂੰ ਪ੍ਰਵਾਨ ਕਰ ਲਿਆ ਜਾਵੇਗਾ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਕੀ ਕਹਿੰਦੇ ਨੇ ਕਿ ਜਿਸ ਕਾਰਨ ਮੈਨੂੰ ਮਾਣ ਹੋਵੇਗਾ ਕਿ ਮੇਰਾ ਲੂੰ ਜਿਹੜਾ ਹੈ ਉਹ ਇਸ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਕਰੇਗਾ। ਬੇਗਾਨੀ ਅੰਗਰੇਜ਼ੀ ਨੂੰ ਅਸੀਂ ਜੱਫੀਆਂ ਪਾਉਂਦੇ ਹਾਂ, ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਵਾਉਂਦੇ ਹਾਂ। ਤੇ ਕੀ ਕਹਿੰਦਾ ਹੈ ਕਿ ਅੱਜ ਪੰਜਾਬੀ ਭਾਸ਼ਾ ਬੋਲਣ ਵਾਲੇ ਜਿਹੜੇ ਲੋਕ ਹਨ ਉਹ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ ਤੋਂ ਵੱਧ ਤਵੱਜੋ ਦਿੰਦੇ ਹਨ, ਭਾਵ ਕਿ ਉਸ ਨੂੰ ਆਪਣੇ ਗਲ ਨਾਲ ਲਾ ਰਹੇ ਹਨ। ਹਿੰਦੀ ਮਾਸੀ ਨੂੰ ਵੀ ਚੁੱਕ ਚੁੱਕ ਸੀਸ ਨਵਾਉਂਦੇ ਹਨ। ਤੇ ਕੀ ਕਹਿੰਦਾ ਕਿ ਜਿਹਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਉਹ ਕੀ ਕਰ ਰਿਹਾ ਹੈ, ਹਿੰਦੀ ਦੀ ਜ਼ਿਆਦਾਤਰ ਵਰਤੋਂ ਕਰ ਰਿਹਾ ਹੈ। ਮਾਂ ਰੁਲਦੀ ਪੁੱਤ ਕਰਦਾ ਨਾ ਕੋਈ ਧਿਆਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਮਾਂ ਬੋਲੀ ਜਿਹੜੀ ਹੈ ਉਹ ਸਾਡੀ ਰੁਲਦੀ ਜਾ ਰਹੀ ਹੈ, ਉਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕਵੀ ਕੀ ਕਹਿੰਦਾ ਕਿ ਆਓ ਆਪਾਂ ਐਸਾ ਕੁਝ ਕਰੀਏ ਕਿ ਜਿਹੜਾ ਜਰਾ ਜਰਾ ਇਹ ਕਹਿਣਾ, ਭਾਵ ਕਿ ਲੂੰ ਨੂੰ ਕਹਿਣਾ ਸ਼ੁਰੂ ਹੋ ਜਾਵੇ ਕਿ ਮੈਨੂੰ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਹੈ। ਘਰ ਤਾਂ ਮਾਂ ਦੇ ਨਾਲ ਹੀ ਸੋਹਣਾ ਸੋਹਣਾ ਲੱਗਦਾ ਹੈ, ਮਾਸੀ ਵੀ ਜੇ ਨਾਲ ਹੋਵੇ ਤਾਂ ਹੋਰ ਵੀ ਫੱਬਦਾ ਹੈ। ਤੇ ਕਵੀ ਕੀ ਕਹਿੰਦਾ ਹੈ ਕਿ ਜੇ ਘਰ ਦੇ ਅੰਦਰ ਮਾਂ ਹੋਵੇ ਨਾ ਤੇ ਘਰ ਬਹੁਤ ਸੋਹਣਾ ਲੱਗਦਾ ਹੈ, ਭਾਵ ਕਿ ਜੇ ਪੰਜਾਬ ਦੇ ਅੰਦਰ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਤਾਂ ਪੰਜਾਬ ਕਿੰਨਾ ਸੋਹਣਾ ਲੱਗੇਗਾ, ਭਾਵ ਕਿ ਘਰ ਕਿੰਨਾ ਸੋਹਣਾ ਲੱਗੇਗਾ। ਮਾਸੀ ਵੀ ਜੇ ਹੋਵੇ ਤਾਂ ਹੋਰ ਵੀ ਫੱਬਦਾ ਹੈ। ਤੇ ਕੀ ਕਹਿੰਦਾ ਕਿ ਹਾਂ, ਜੇ ਨਾਲ ਜਿਹੜੀ ਸਾਡੀ ਰਾਸ਼ਟਰ ਭਾਸ਼ਾ ਪੰਜਾਬੀ ਹੈ ਜੇ ਉਸ ਦੀ ਵੀ ਵਰਤੋਂ ਕੀਤੀ ਜਾਵੇ ਤਾਂ ਇਹ ਹੋਰ ਵੀ ਚੰਗਾ ਲੱਗਦਾ ਹੈ। ਸ਼ਾਲਾ ਵਸਦਾ ਰਵੇ ਹਮੇਸ਼ਾ ਜਹਾਨ ਪੰਜਾਬੀ ਦਾ। ਤੇ ਕੀ ਕਹਿੰਦਾ ਹੈ ਕਿ ਹੈ ਅਕਾਲ ਪੁਰਖ ਕਵੀ ਕਹਿੰਦਾ ਹੈ ਕਿ ਪੰਜਾਬੀ ਦਾ ਜਿਹੜਾ ਜਹਾਨ ਹੈ ਇਸੇ ਪ੍ਰਕਾਰ ਵਸਦਾ ਰਹੇ, ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਜਿਸ ਨਾਲ ਮੇਰਾ ਇੱਕ ਰੋਮ ਜਿਹੜਾ ਹੈ, ਲੂੰ ਜਿਹੜਾ ਹੈ ਉਹ ਇਹ ਕਹਿਣਾ ਕਰ ਦੇਵੇ ਕਿ ਮੈਨੂੰ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਹੈ। ਕੁੱਲ ਦੁਨੀਆ ਵਿੱਚ ਇਸ ਬੋਲੀ ਦੀ ਖੁਸ਼ਬੂ ਫੈਲੀ ਹੈ। ਤੇ ਕੀ ਕਹਿੰਦਾ ਕਿ ਪੂਰੇ ਦੇਸ਼ਾਂ ਦੇ ਅੰਦਰ, ਵਰਲਡ ਦੇ ਅੰਦਰ, ਪੂਰੀ ਦੁਨੀਆ ਦੇ ਅੰਦਰ ਇਸ ਪੰਜਾਬੀ ਭਾਸ਼ਾ ਦੀ ਜਿਹੜੀ ਖੁਸ਼ਬੂ ਹੈ ਉਹ ਫੈਲੀ ਹੋਈ ਹੈ। ਉਜਲੀ ਲਿਸ਼ਕੀ ਲਿੰਬੀ ਪੋਚੀ ਰਤਾ ਨਾ ਮੈਲੀ ਹੈ। ਤੇ ਕੀ ਕਹਿੰਦਾ ਕਿ ਜਿਹੜੀ ਉਜਲੀ ਹੈ, ਚਮਕਦਾਰ ਹੈ, ਲਿੰਬੀ ਪੋਚੀ ਹੈ, ਭਾਵ ਕਿ ਲਿੰਬ ਪੋਚ ਕੇ ਸਾਫ਼ ਕੀਤੀ ਹੋਈ ਹੈ, ਤੇ ਜਿਹੜੀ ਰਤਾ ਨਾ ਮੈਲੀ ਹੈ, ਜਿਹੜੀ ਕਿ ਉਹਦੀ ਸ਼ਾਖ ਜਿਹੜੀ ਆ ਬਿਲਕੁਲ ਵੀ ਮੈਲੀ ਨਹੀਂ ਹੈ, ਭਾਵ ਕਿ ਉਸ ਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਵੀ ਦਾਗ ਨਹੀਂ ਹੈ। ਪਦਮ ਸ਼੍ਰੀ ਪਾਤਰ ਹੈ ਕਵੀ ਮਹਾਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਜਿਹੜਾ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕਵੀ, ਮਹਾਨ ਕਵੀ ਸੁਰਜੀਤ ਪਾਤਰ ਜੀ ਵੀ ਇਸ ਪੰਜਾਬੀ ਭਾਸ਼ਾ ਦੇ ਲਿਖਾਰੀ ਹਨ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਇੱਕ ਮਹਾਨ ਕਵੀ ਜਿਹੜਾ ਹੈ ਉਹ ਵੀ ਪੰਜਾਬੀ ਦਾ ਕਵੀ ਹੈ ਜਿਸ ਨੂੰ ਪਦਮ ਸ਼੍ਰੀ ਪ੍ਰਾਪਤ ਹੋਇਆ ਹੈ। ਤੇ ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਸਾਨੂੰ ਤਾਂ ਵੈਸੇ ਵੀ ਮਾਣ ਹੋਣਾ ਚਾਹੀਦਾ ਹੈ ਕਿ ਸਾਡੀ ਪੰਜਾਬੀ ਭਾਸ਼ਾ ਨੂੰ ਵੀ ਪਦਮ ਸ਼੍ਰੀ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਜਿਹਦੇ ਕਾਰਨ ਸਾਡਾ ਲੂੰ ਜਿਹੜਾ ਹੈ ਉਹ ਇਹ ਕਹਿਣਾ ਕਰੇ ਕਿ ਮੈਨੂੰ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਹੈ। ਹਰ ਇੱਕ ਮੁੱਖ ਪੰਜਾਬ ਦੀ ਧਰਤੀ ਤੋਂ ਜੋ ਹਰ ਇੱਕ ਸੁੱਖ ਪੰਜਾਬ ਦੀ ਧਰਤੀ ਤੋਂ ਜੋ ਪਾਉਂਦੇ ਨੇ। ਤੇ ਕੀ ਕਹਿੰਦਾ ਕਿ ਹਰ ਇੱਕ ਸੁੱਖ ਜਿਹੜਾ ਹੈ ਜਿਨ੍ਹਾਂ ਨੂੰ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਮਿਲਦਾ ਹੈ, ਮਾਂ ਬੋਲੀ ਲਿਖਵਾਉਣ ਵੇਲੇ ਕਿਉਂ ਘਬਰਾਉਂਦੇ ਨੇ। ਤੇ ਕੀ ਕਹਿੰਦਾ ਕਿ ਸਾਰੇ ਸੁੱਖ ਜਿਹੜੇ ਨੇ ਉਹ ਇਸ ਪੰਜਾਬ ਦੀ ਧਰਤੀ ਤੋਂ ਪ੍ਰਾਪਤ ਕਰਨ ਵਾਲੇ ਲੋਕ ਵੀ ਜਦੋਂ ਲਿਖਣ ਦੀ ਵਾਰੀ ਆਉਂਦੀ ਹੈ ਤਾਂ ਮਾਂ ਬੋਲੀ ਨੂੰ ਲਿਖਣ ਵੇਲੇ ਪਤਾ ਨਹੀਂ ਉਹਨਾਂ ਦੇ ਦਿਲਾਂ ਦੇ ਅੰਦਰ ਕੈਸੀ ਘਬਰਾਹਟ, ਭਾਵ ਕਿ ਖਲਬਲੀ ਜਿਹੜੀ ਹੈ ਉਹ ਮਚ ਜਾਂਦੀ ਹੈ। ਸਭ ਤੋਂ ਵੱਡਾ ਕਰ ਰਹੇ ਇਹ ਨੁਕਸਾਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਇਹ ਲੋਕ, ਐਸੇ ਲੋਕ ਜਿਹੜੇ ਇੱਥੇ ਰਹਿ ਕੇ ਇੱਥੋਂ ਸਾਰੇ ਪੰਜਾਬ ਦੀ ਧਰਤੀ ਤੋਂ ਸੁੱਖ ਪ੍ਰਾਪਤ ਕਰਨ ਤੋਂ ਬਾਅਦ ਵੀ ਪੰਜਾਬੀ ਭਾਸ਼ਾ ਨੂੰ ਲਿਖਣ ਵਿੱਚ ਕਤਰਾ ਰਹੇ ਨੇ, ਘਬਰਾ ਰਹੇ ਨੇ, ਐਸੇ ਲੋਕ ਹੀ ਸਭ ਨਾਲੋਂ ਜ਼ਿਆਦਾ ਇਸ ਪੰਜਾਬੀ ਭਾਸ਼ਾ ਦਾ ਨੁਕਸਾਨ ਕਰ ਰਹੇ ਨੇ।
ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕੀ ਕਹਿੰਦਾ ਹੈ ਕਿ ਆਓ ਅਸੀਂ ਮਿਲ ਕੇ ਕੋਈ ਐਸਾ ਕਦਮ ਉਠਾਈਏ, ਇੰਨਾ ਸਨਮਾਨ ਕਰੀਏ ਪੰਜਾਬੀ ਬੋਲੀ ਦਾ ਕਿ ਸਾਡਾ ਜਿਹੜਾ ਲੂੰ ਲੂੰ ਹੈ ਉਹ ਵੀ ਕਹਿ ਉੱਠੇ ਕਿ ਸਾਨੂੰ ਪੰਜਾਬੀ ਭਾਸ਼ਾ ਦੇ ਉੱਤੇ ਗਰਵ ਹੈ, ਮਾਣ ਹੈ। ਉਂਝ ਤਾਂ ਸਾਰੀ ਦੁਨੀਆ ਵਿੱਚ ਇਹ ਧਾਕ ਪੰਜਾਬੀ ਦੀ ਲੱਚਰ ਗੀਤਾਂ ਕੀਤੀ ਮੈਲੀ ਸ਼ਾਖ ਪੰਜਾਬੀ ਦੀ। ਤੇ ਕੀ ਕਹਿੰਦਾ ਕਿ ਉਸ ਤਰ੍ਹਾਂ ਤਾਂ ਪੰਜਾਬੀ ਭਾਸ਼ਾ ਦੀ ਪੂਰੀ ਦੁਨੀਆ ਦੇ ਉੱਤੇ ਧਾਕ ਹੈ, ਯਾਨੀ ਕਿ ਪ੍ਰਸਿੱਧੀ ਹੈ, ਮਸ਼ਹੂਰੀ ਹੈ, ਪ੍ਰਭਾਵ ਹੈ, ਦਬਦਬਾ ਬਣਾਇਆ ਹੋਇਆ ਹੈ। ਲੱਚਰ ਗੀਤਾਂ ਕੀਤੀ ਮੈਲੀ ਸ਼ਾਖ ਪੰਜਾਬੀ ਦੀ। ਤੇ ਕੀ ਕਹਿੰਦਾ ਕਿ ਜਿਹੜੇ ਇਹ ਲੱਚਰ ਗੀਤ ਹਨ, ਇਹਨਾਂ ਪੰਜਾਬੀ ਭਾਸ਼ਾ ਦੀ ਜਿਹੜੀ ਸ਼ਾਖ ਹੈ ਉਸ ਨੂੰ ਮੈਲਾ ਕਰ ਦਿੱਤਾ ਹੈ। ਸੋਹਣੇ ਗੀਤ ਸੰਗ ਕਰੀਏ ਸਨਮਾਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਆਓ ਰਲ ਕੇ ਕੁਝ ਐਸੇ ਗੀਤ ਗਾਈਏ ਜਿਹੜੇ ਕਿ ਲੁੱਚਰਪੁਣੇ ਤੋਂ ਦੂਰ ਅਤੇ ਸਾਹਿਤ ਦੇ ਨੇੜੇ ਹੋਣ, ਜਿਸ ਨਾਲ ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਜਿਸ ਦੇ ਨਾਲ ਸਾਨੂੰ ਇਹ ਮਹਿਸੂਸ ਹੋਵੇ ਕਿ ਸਾਨੂੰ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਹੈ। ਮੈਨੂੰ ਇਸ ਨੇ ਕਵਿਤਾ ਲਿਖਣੀ ਜਦ ਸਿਖਲਾਈ ਸੀ। ਤੇ ਕੀ ਕਵੀ ਕਹਿੰਦਾ ਹੈ ਕੁਲਵੰਤ ਸਿੰਘ ਰਫੀਕ ਕਿ ਜਦੋਂ ਮੈਨੂੰ ਇਸ ਪੰਜਾਬੀ ਭਾਸ਼ਾ ਨੇ ਪਹਿਲੀ ਵਾਰ ਕਵਿਤਾ ਲਿਖਣੀ ਸਿਖਾਈ, ਜੀਵਨ ਮੇਰੇ ਨੇ ਸੱਚਮੁੱਚ ਇੱਕ ਲਈ ਅੰਗੜਾਈ ਸੀ। ਤੇ ਕੀ ਕਹਿੰਦਾ ਕਿ ਮੇਰੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਜਿਹੜੀ ਹੈ ਉਹ ਮਿਲ ਗਈ ਸੀ। ਹੋਂਦ ਰਫੀਕ ਦੀ ਮਾਣੋ ਹੈ ਵਰਦਾਨ ਪੰਜਾਬੀ ਦਾ। ਤੇ ਕੀ ਕਹਿੰਦਾ ਕਿ ਜੇ ਅੱਜ ਇੱਕ ਕਵੀ ਹੈ ਨਾ ਰਫੀਕ, ਯਾਨੀ ਕਿ ਕੁਲਵੰਤ ਰਫੀਕ ਜੀ ਕਹਿ ਰਹੇ ਨੇ ਕਿ ਅੱਜ ਜੇ ਰਫੀਕ ਦਾ ਨਾਮ ਹੈ ਤਾਂ ਉਹ ਪੰਜਾਬੀ ਭਾਸ਼ਾ ਦਾ ਦਿੱਤਾ ਹੋਇਆ ਵਰਦਾਨ ਹੈ। ਜਰਾ ਜਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਤੇ ਕਵੀ ਕੀ ਕਹਿੰਦਾ ਹੈ ਕਿ ਆਓ ਅਸੀਂ ਰਲ ਕੇ ਪੰਜਾਬੀ ਭਾਸ਼ਾ ਦਾ ਇਸ ਤਰ੍ਹਾਂ ਸਨਮਾਨ ਕਰੀਏ ਕਿ ਜਰਾ ਜਰਾ ਭਾਵ ਕਿ ਇੱਕ ਇੱਕ ਲੂੰ ਇਹ ਕਹਿ ਉੱਠੇ ਕਿ ਮੈਨੂੰ ਪੰਜਾਬੀ ਭਾਸ਼ਾ ਦੇ ਉੱਤੇ ਮਾਣ ਹੈ। ਤਾਂ ਇਹ ਸੀ ਕਵਿਤਾ ਮਾਣ ਪੰਜਾਬੀ ਦਾ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਈ ਹੋਵੇਗੀ। ਰੋਮ ਰੋਮ ਵਿੱਚ ਕੌਣ ਵਸਦਾ ਹੈ? ਕਵਿਤਾ ਦੇ ਅਨੁਸਾਰ ਦੇਣਾ ਆਨਸਰ। ਰੋਮ ਰੋਮ ਵਿੱਚ ਕੌਣ ਵਸਦਾ ਹੈ? ਕਿ ਪੰਜਾਬੀ ਭਾਸ਼ਾ ਦਾ ਜਿਹੜਾ ਪਿਆਰ ਹੈ ਉਹ ਵਸਦਾ ਹੈ। ਨਾ ਸ਼ੁਕਰੇ ਕੌਣ ਹੁੰਦੇ ਹਨ? ਯਾਨੀ ਕਿ ਕੀਤੀ ਨੂੰ ਨਾ ਜਾਣਨ ਵਾਲੇ ਕੌਣ ਹੁੰਦੇ ਹਨ? ਅਕਿਰਤਕਣ ਜਾਂ ਨਾ ਸ਼ੁਕਰੇ। ਪੰਜਾਬੀ ਬੋਲੀ ਉੱਪਰ ਕਿਹਨਾਂ ਦੀ ਕਿਰਪਾ ਹੈ? ਸੰਤ ਕਵੀਆਂ ਫਕੀਰਾਂ ਦੀ ਵੀ ਜਿਹੜੀ ਕਿਰਪਾ ਹੈ, ਗੁਰੂ ਸਾਹਿਬਾਨਾਂ ਦੀ ਵੀ ਕਿਰਪਾ ਹੈ ਕਿਹਦੇ ਉੱਤੇ? ਪੰਜਾਬੀ ਬੋਲੀ ਦੇ ਉੱਪਰ। ਮਾਸੀ ਕਿਸ ਨੂੰ ਕਿਹਾ ਗਿਆ ਹੈ? ਹਿੰਦੀ ਭਾਸ਼ਾ ਨੂੰ ਇਸ ਵਿੱਚ ਮਾਸੀ ਕਿਹਾ ਗਿਆ ਹੈ। ਪੰਜਾਬੀ ਦੀ ਦੁਨੀਆ ਵਿੱਚ ਸ਼ਾਖ ਕਿਉਂ ਮੈਲੀ ਹੋ ਗਈ ਹੈ? ਹਾਂ, ਪੰਜਾਬੀ ਦੀ ਦੁਨੀਆ ਵਿੱਚ ਸ਼ਾਖ ਮੈਲੀ ਹੋਣ ਦਾ ਕਾਰਨ ਕੀ ਹੈ? ਕਿ ਇਸ ਵਿੱਚ ਗਾਏ ਜਾਣ ਵਾਲੇ ਪੰਜਾਬੀ ਲੱਚਰ ਗੀਤਾਂ ਕਾਰਨ ਹੀ, ਭੈੜੇ ਗੀਤਾਂ ਕਾਰਨ ਹੀ ਪੰਜਾਬੀ ਦੀ ਜਿਹੜੀ ਸ਼ਾਖ ਹੈ ਦੁਨੀਆ ਦੇ ਅੰਦਰ ਮੈਲੀ ਹੋ ਗਈ ਹੈ। ਰਫੀਕ ਦਾ ਅਰਥ ਕੀ ਹੁੰਦਾ ਹੈ? ਰਫੀਕ ਦਾ ਅਰਥ ਵੈਸੇ ਦੋਸਤ ਜਾਂ ਹਮਖਿਆਲ ਹੁੰਦਾ ਹੈ। ਕਿਸ ਦੇ ਫਰਮਾਨ ਨਾਲ ਪੰਜਾਬੀ ਦੀ ਕਦਰ ਪੈ ਸਕਦੀ ਹੈ? ਤੇ ਇੱਥੇ ਆਪਾਂ ਉੱਪਰ ਪੜਿਆ ਹਾਂ, ਇੱਥੇ ਦੇਖੋ ਕਦ ਕੁਰਸੀ ਚੋਂ ਗੂੰਜੇਗਾ ਫਰਮਾਨ ਪੰਜਾਬੀ ਦਾ। ਭਾਵ ਕਿ ਜਦੋਂ ਸਰਕਾਰਾਂ ਇਹ ਹੁਕਮ ਕਰ ਦੇਣਗੀਆਂ ਕਿ ਪੰਜਾਬੀ ਭਾਸ਼ਾ ਨੂੰ ਕੁਰਸੀ ਦੇ ਵਿੱਚੋਂ, ਭਾਵ ਕਿ ਸਰਕਾਰ ਦੇ ਅੰਦਰ ਜਿਹੜੀ ਮੌਕੇ ਦੀ ਸਰਕਾਰ ਹੋਵੇਗੀ, ਜਦੋਂ ਉਹ ਕਹੇਗੀ ਕਿ ਪੰਜਾਬੀ ਭਾਸ਼ਾ ਨੂੰ ਜਿਹੜਾ ਲਾਗੂ ਕੀਤਾ ਜਾਏ, ਜਦੋਂ ਉਹ ਫਰਮਾਨ ਆਏਗਾ ਤਾਂ ਹੀ ਇੱਥੇ ਪੰਜਾਬੀ ਭਾਸ਼ਾ ਦੀ ਜਿਹੜੀ ਸ਼ਾਖ ਹੈ ਉਹ ਹੋਰ ਅੱਗੇ ਵਧੇਗੀ। ਭਾਵ ਕਿ ਕੁਰਸੀ ਦੇ ਫਰਮਾਨ ਨਾਲ। ਪੰਜਾਬੀ ਬੋਲੀ ਕਿਸ ਦੀ ਹਾਣੀ ਹੈ? ਪੰਜਾਬੀ ਬੋਲੀ ਪੰਜਾਬ ਦੇ 5 ਦਰਿਆਵਾਂ ਦੀ ਹਾਣੀ ਮੰਨੀ ਗਈ ਹੈ। ਅੱਗੇ ਹੈ ਪ੍ਰਸ਼ਨਾਂ ਦੇ ਉੱਤਰ, ਇਸ ਪੈਰੇ ਨੂੰ ਪੜ੍ਹ ਕੇ ਦੇਣੇ ਹੈ। ਇਹ ਰਚਨਾ ਕਿਸ ਦੀ ਹੈ? ਗੁਰੂਆਂ ਦੀ ਕਿਰਪਾ ਪਾਤਰ ਸੰਗੀ ਗੁਰਬਾਣੀ ਦੀ ਤੇ ਕੁਲਵੰਤ ਸਿੰਘ ਰਫੀਕ ਦੀ ਹੈ। ਗੁਰੂਆਂ ਦੀ ਕਿਰਪਾ ਸਦਕਾ ਕੀ ਹੋਇਆ ਹੈ? ਗੁਰੂਆਂ ਦੀ ਕਿਰਪਾ ਸਦਕਾ ਹੀ ਇਹ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਪ੍ਰਫੁੱਲਿਤ ਹੋਈ ਹੈ।
ਅੱਗੇ ਕੀ ਹੈ, ਮਾਂ ਬੋਲੀ ਦੀ ਖੁਸ਼ਬੂ ਕਿਸ ਨੇ ਮਾਣੀ ਹੈ। ਸੂਫੀ ਸੰਤਾਂ ਨੇ ਵੀ ਪੰਜਾਬੀ ਭਾਸ਼ਾ ਦੀ ਜਿਹੜੀ ਖੁਸ਼ਬੂ ਹੈ ਉਸ ਨੂੰ ਮਾਨਣ ਦਾ ਕੰਮ ਕੀਤਾ ਹੈ। ਕਿਸ ਭਾਸ਼ਾ ਬਾਰੇ ਕੌਣ ਅਸ਼ ਕਰ ਉੱਠਦਾ ਹੈ। ਹਾਂ, ਭਗਤ ਜਿਹੜੇ ਹੋਏ ਹਨ ਉਹਨਾਂ ਨੇ ਵੀ ਪੰਜਾਬੀ ਭਾਸ਼ਾ ਦੇ ਉੱਤੇ, ਕਿਸ ਭਾਸ਼ਾ ਬਾਰੇ, ਪੰਜਾਬੀ ਭਾਸ਼ਾ ਕਾਰਨ ਭਗਤ ਜਿਹੜੇ ਹਨ ਉਹਨਾਂ ਵੀ ਉਸ ਦਾ ਸ਼ੁਕਰਾਨਾ ਕੀਤਾ ਹੈ, ਅਸ਼ ਕੀਤੀ ਹੈ, ਬੱਲੇ ਬੱਲੇ ਕਰ ਦਿੱਤੀ ਹੈ। ਹਾਂ, ਤਾਂ ਹੁਣ ਇਹ ਸੀ ਹੇਠ ਲਿਖੇ ਪ੍ਰਸੰਗ ਸਹਿਤ ਵਿਆਖਿਆ ਕਰਨੀ ਆਪਾਂ ਉੱਪਰ ਕਰ ਚੁੱਕੇ ਹਾਂ। ਆ ਪਾਠ ਦੇ ਉੱਤੇ ਆਧਾਰਿਤ ਕੁਝ ਕੁਐਸਚਨ ਹਨ। ਭਾਸ਼ਾ ਬਾਰੇ ਤੁਹਾਡੇ ਕੀ ਵਿਚਾਰ ਹਨ, ਇਸ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਮਨੁੱਖੀ ਵਿਕਾਸ ਵਿੱਚ ਮਾਂ ਬੋਲੀ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ, ਕਿਉਂਕਿ ਬੱਚਾ ਜਦੋਂ ਐਵੇਂ ਪੜ੍ਹਨਾ ਜਾਂ ਬੋਲਣਾ ਸਿੱਖਦਾ ਹੈ ਤਾਂ ਉਹ ਜਿਹੜੀ ਬੋਲੀ ਉਸਦੀ ਮਾਂ ਬੋਲੀ ਹੁੰਦੀ ਹੈ ਉਸ ਦੇ ਅੰਦਰ ਵਧੇਰੇ ਜਾਣਕਾਰੀ ਇਕੱਠੀ ਕਰ ਸਕਦਾ ਹੈ ਅਤੇ ਆਪਣੇ ਵਿਚਾਰ ਚੰਗੇ ਤਰੀਕੇ ਨਾਲ ਪੇਸ਼ ਕਰ ਸਕਦਾ ਹੈ। ਕੀ ਤੁਸੀਂ ਭਾਰਤ ਦੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਬਾਰੇ ਜਾਣਦੇ ਹੋ। ਇੰਟਰਨੈਟ ਦੀ ਮਦਦ ਨਾਲ ਪ੍ਰੋਜੈਕਟ ਬਣਾਉਣਾ ਹੈ, ਯਾਨੀ ਕਿ ਜਿਹੜੀਆਂ ਮਾਨਤਾ ਪ੍ਰਾਪਤ ਭਾਸ਼ਾਵਾਂ ਹਨ ਉਹਨਾਂ ਦੀ ਜਾਣਕਾਰੀ ਦੇ ਸਕਦੇ ਹੋ। ਮਾਂ ਬੋਲੀ ਪੰਜਾਬੀ ਨੂੰ ਦੁਨੀਆ ਭਰ ਵਿੱਚ ਕਿੰਨੇ ਲੋਕ ਬੋਲਦੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਆંકੜੇ ਇਕੱਤਰ ਕਰਕੇ ਚਾਰਟ ਬਣਾਉਣਾ ਹੈ, ਯਾਨੀ ਕਿ ਕਿੰਨੇ ਲੋਕ ਜਿਹੜੇ ਨੇ, ਕਿੰਨੇ ਪ੍ਰਤੀਸ਼ਤ ਲੋਕ ਜਿਹੜੇ ਪੰਜਾਬੀ ਬੋਲਦੇ ਹਨ, ਹਿੰਦੀ ਬੋਲਦੇ ਹਨ ਜਾਂ ਅਦਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਬਾਰੇ ਜਾਣਕਾਰੀ ਦੇਣੀ ਹੈ, ਯਾਨੀ ਕਿ ਜਿਵੇਂ ਮਾਝੀ, ਮਾਲਵੀ, ਦੁਆਬੀ, ਪੁਆਧੀ ਅਤੇ ਪੋਠੋਹਾਰੀ ਜਿਹੜੀਆਂ ਉਪ ਬੋਲੀਆਂ ਹਨ ਉਹਨਾਂ ਦੀ ਜਾਣਕਾਰੀ ਦੇਣੀ ਹੈ ਤੁਸੀਂ ਕਿ ਕਿਹੜੇ ਇਲਾਕੇ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਨੂੰ ਇੰਟਰਨੈਟ ਤੋਂ ਵੀ ਤੁਸੀਂ ਸਰਚ ਕਰਕੇ ਨਿਕਾਲ ਸਕਦੇ ਹੋ। ਪਾਠ ਦੇ ਆਧਾਰ ਉੱਪਰ ਹੇਠ ਲਿਖੇ ਔਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕ ਬਣਾਉਣੇ ਹਨ। ਗੁਣਗਾਨ, ਅਹਿਸਾਨ, ਅੰਗੜਾਈ, ਫੁਰਮਾਨ, ਸ਼ੁਕਰਾਨ, ਲਹਿਰਾ, ਬੋਲੀ, ਜਰਾ ਜਰਾ, ਸਨਮਾਨ, ਕਿੱਸਾਕਾਰ ਯਾਨੀ ਕਿ ਕਿੱਸਾ ਲਿਖਣ ਵਾਲੇ, ਸਨਮਾਨ ਕਰਨਾ ਭਾਵ ਕਿ ਇੱਜ਼ਤ ਕਰਨਾ, ਜਰਾ ਜਰਾ ਭਾਵ ਕਿ ਕਿਣਕਾ ਕਿਣਕਾ ਜਾਂ ਕਣ ਕਣ, ਬੋਲੀ ਭਾਵ ਕਿ ਮੂੰਹ ਦੇ ਵਿੱਚੋਂ ਬੋਲੇ ਜਾਣ ਵਾਲੇ ਸ਼ਬਦ, ਭਾਸ਼ਾ ਜਿਸ ਨੂੰ ਅਸੀਂ ਆਖਾਂਗੇ, ਲਹਿਰਾਂ ਯਾਨੀ ਕਿ ਪਾਣੀ ਦੇ ਅੰਦਰ ਉੱਠਣ ਵਾਲੀਆਂ ਛੱਲਾਂ ਜਿਸ ਨੂੰ ਅਸੀਂ ਕਹਿੰਦੇ ਹਾਂ, ਸ਼ੁਕਰਾਨਾ ਯਾਨੀ ਕਿ ਸ਼ੁਕਰ ਅਦਾ ਕਰਨਾ, ਫੁਰਮਾਨ ਯਾਨੀ ਕਿ ਹੁਕਮ, ਅੰਗੜਾਈ ਭਾਵ ਕਿ ਇੱਕ ਨਵੀਂ ਦਿਸ਼ਾ, ਅਹਿਸਾਨ ਯਾਨੀ ਕਿ ਕਿਸੇ ਦਾ ਭਲਾ ਕਰਨਾ, ਗੁਣਗਾਨ ਯਾਨੀ ਕਿ ਕਿਸੇ ਦਾ ਗੁਣਗਾਨ ਕਰਨਾ ਜਾਂ ਕਿਸੇ ਦੀ ਸਿਫਤ ਕਰਨੀ। ਅਤੇ ਇਹਨਾਂ ਦੇ ਵਾਕ ਤੁਸੀਂ ਬਣਾਓਗੇ। ਅੱਗੇ ਮਾਂ ਜੋ ਇੱਧਰ ਵੀ ਅਤੇ ਉੱਧਰ ਵੀ, ਇਹ ਵੀ ਕੁਲਵੰਤ ਸਿੰਘ ਰਫੀਕ ਦੀ ਰਚਨਾ ਹੈ, ਲੇਕਿਨ ਆਪਾਂ ਇਸ ਨੂੰ ਕੱਲ੍ਹ ਨੂੰ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੀ ਕਵਿਤਾ ਹੈ ਸਮਝ ਆਈ ਹੋਵੇਗੀ। ਧੰਨਵਾਦ। ਕਰਦੇ ਰਹੋ ਅਤੇ ਆਪਣੀ ਕਾਪੀ ਜ਼ਰੂਰ ਚੈੱਕ ਕਰਵਾਓ।